ਤੁਹਾਡਾ ਆਪਣਾ ਹੋਸਟ ਆਸਿਮ ਮੰਸੂਰ ਭੱਟ ਤੇ ਤੁਸੀਂ ਵੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਆਪਣੀ ਤੇ ਮੇਰੇ ਨਾਲ ਮੌਜੂਦ ਨੇ ਮੁਦੱਸਰ ਬਸ਼ੀਰ ਸਾਹਿਬ ਜੋ ਕਿਸੇ ਵੀ ਤਾਰੀਫ ਦੇ ਮੁਹਤਾਜ ਨਹੀਂ। ਆइए ਉਹਨਾਂ ਨਾਲ ਗੱਲ ਕਰਨੇ ਆ। ਮੁਦੱਸਰ ਸਾਹਿਬ, ਲਾਹੌਰ ਵਿੱਚ ਮਸਜਿਦਾਂ ਤੇ ਬਥੇਰੀਆਂ ਨੇ ਪਰ ਮਸਜਿਦ ਨਕੀਬਾਂ ਵਾਲੇ ਤੁਸੀਂ ਕੀ ਆਖਦੇ ਹੋ? चूँकि असी लोग अपनी कोई भी हिस्टरी नो अपने हैरीटेज नो उनकी कभी भी कोई संभालन का आर नहीं किया एंड शैवां बिल्कुल बेमुहारे छड़ दिता। तुसी दूसरे मुल्कों जाके देखो जी बिल्डिंग कोई 100 साल पुरानी हो जाती है वो खास तरह के SOPs आ जाते हैं। मसीत आलमोस्ट जी है तुसी इन्हूं कह सकते हो कि 250 तो 300 साल पुरानी है। बहादुर शाह जफर के वेले की है। उस वेले मुगल सरकार बिल्कुल ढहंदी पई सी। ਜਿਹੜੇ ਗੋਰੇ ਨੇ ਉਹ ਇੱਕ ਸਾਈਡ ਦੇ ਉੱਤੇ ਤੁਹਾਨੂੰ ਨਜ਼ਰ ਆਉਂਦੇ ਨੇ ਸਾਊਥ ਵਾਲੀ ਸਾਈਡ ਦੇ ਉੱਤੇ ਕੈਲਕਟਾ ਵਾਲੀ ਸਾਈਡ 'ਤੇ ਉਹ ਟੇਕ ਓਵਰ ਕਰਦੇ ਜਾ ਰਹੇ ਨੇ ਕੰਪਨੀ ਦੀ ਸਰਕਾਰ ਹੈ। ਅਤੇ ਇੱਧਰ ਵਾਲੀ ਸਰਕਾਰ ਜਿਹੜੀ ਜਿਹੜਾ ਪੰਜਾਬ ਵਾਲੀ ਸਾਈਡ ਸੀ ਇੱਥੇ ਮੁਖਤਲਿਫ ਥਾਵਾਂ 'ਤੇ ਸਿੱਖ ਵੀ ਪਾਵਰਫੁਲ ਹੋ ਰਹੇ ਸਨ ਅਤੇ ਕੁਛ ਨਵਾਬਾਂ ਦੀ ਵੀ ਸਰਕਾਰ ਨਾਲ ਟੁੱਟਦੀ ਪਈ ਸੀ। ਅਤੇ ਉਸ ਵੇਲੇ ਇਹਦੇ ਵਿੱਚ ਇੱਕ ਮੁਹੰਮਦ ਵਾਸਿਲ ਨਾਮ ਦਾ ਇੱਕ ਬੰਦਾ ਸੀ ਸਹਾਰਨਪੁਰ ਤੋਂ ਆਇਆ ਅਤੇ ਬੜੀ ਉਹਨੇ ਮਿਹਨਤ ਕੀਤੀ ਦਰਬਾਰ ਦੀ ਐਕਸੈਸ ਕੀਤੀ। ਉਹ जिस तरह तुसी मस्जिद वज़ीर खान के उत्ते भी देखते हो ना कि हकीम अलीमुद्दीन अंसारी ने एक सुखना सुखी सी कि भी मैं जे इस लैवल पर पहुँच जावांगा तो मैं मसीत बनावांगा। कोई भी उसके दिमाग जी शै सी। इस तरह मुहम्मद वासिल ने जोड़ा है कि भी कि मैं कोई ना कोई मसीत जी है वो डिवेलप कराँगा जिथे लोग आके अपनी इबादत करेंगे। तो वो दरबार दिकर गया। नकीब एक उहदा हुंदा सी अनाउंसमेंट करने वाला भी ਜਿਹੜਾ ਮੁਹਾਰ ਫੜਨ ਵਾਲਾ ਵੀ ਹੁੰਦਾ ਕਿ ਜਿਹੜੀ ਖਾਸ ਕਿਸਮ ਦਾ ਤੁਸੀਂ ਉਹਨੂੰ ਕਹਿ ਲਓ ਕਿ ਅੱਜ ਦੇ ਵੇਲੇ ਦੇ ਵਿੱਚ ਇਨਫੋਰਮੇਸ਼ਨ ਸੈਕਟਰੀ ਕਹਿ ਲਓ ਜਾਂ ਕੁਝ ਇਹੋ ਜਿਹੀ ਕਿ ਜਿਹੜੀ ਦਰਬਾਰ ਦੇ ਜਿਹੜੇ ਮਾਮਲੇ ਸਨ ਉਹ ਬਾਹਰ ਲੈ ਕੇ ਆਉਂਦੇ ਸੀ। ਉਹ ਨਕਾਬਤ ਤੋਂ ਵਰਡ ਇਹ ਹੁਣ ਤੁਸੀਂ ਇਹ ਵੀ ਦੇਖਦੇ ਹੋ ਅਕਸਰ ਨਾਤ ਖਾਨਾ ਦੇ ਵੀ ਬੜੇ ਬੜੇ ਪੋਸਟਰ ਲੱਗੇ ਹੁੰਦੇ ਲਿਖਿਆ ਹੁੰਦਾ ਨਕਾਬਤ ਵੱਡਾ ਕਰਕੇ ਲਿਖਿਆ ਹੁੰਦਾ ਹੈ। ਜਿਹਨੇ ਸਭ ਤੋਂ ਜ਼ਿਆਦਾ ਪੈਸੇ ਲਾਏ ਹੁੰਦੇ ਨਾ ਉਹੀ ਨਕਾਬਤ ਕਰ ਰਿਹਾ ਹੁੰਦਾ ਹੈਗਾ। ਅਤੇ ਉਹ ਇਸ ਤਰ੍ਹਾਂ ਨਕਾਬਤ ਦਾ ਉਹਨੂੰ ਅਹੁਦਾ ਮਿਲਿਆ। ਨਕਾਬਤ ਨਕੀਬ ਫਿਰ ਉਹਨਾਂ 'ਤੇ ਹੀ ਨਾਂ ਤੋਂ ਨਕੀਬਾਂ ਹੋ ਗਈ। ਮਸੀਤ ਦੀ ਦੀਵਾਰਾਂ ਬੜੀਆਂ ਚੌੜੀਆਂ ਸਨ। ਮਸੀਤ ਦੇ ਗੁੰਬਦ ਬੜੇ ਸੋਹਣੇ ਹੈਗੇ ਸਨ ਅਤੇ ਉਹ ਖਾਸ ਤਰੀਕੇ ਦੇ ਨਾਲ ਬਣੀ ਸੀ। ਅਤੇ ਇਸ ਕਾਰਨ ਉਸ ਗ੍ਰੈਜੂਅਲੀ ਉਹ ਵੇਲੇ ਦੇ ਨਾਲ ਨਾਲ ਲੋਕਾਂ ਦੇ ਵਿਸ਼ਾ ਹੀ ਮਸੀਤ ਦੇ ਨਾਮ ਤੋਂ ਬਦਲਦੀ ਗਈ। ਮੈਂ ਵੀ ਜਿਸ ਵੇਲੇ ਐਕਸਪ੍ਰੈਸ ਅਖਬਾਰ ਦੇ ਵਿੱਚ ਲਿਖ ਰਿਹਾ ਸਾਂ ਅਤੇ ਮੈਂ ਉਸ ਆਪਣੇ ਮਜ਼ਮੂਨ ਵਿੱਚ ਵੀ ਲਿਖਿਆ ਕਿ ਥਾਵਾਂ ਦੇ ਨਾਮ ਬਦਲਣ ਦੇ ਨਾਲ ਜਗ੍ਹਾਵਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ। ਬੜੀ ਮੁਸ਼ਕਿਲ ਦੇ ਨਾਲ ਮਸੀਤ ਦਾ ਵੀ ਸੀ ਕੋਈ ਨਾਂ ਇਹਦਾ ਬਦਲਿਆ ਸੀ। ਹਰ ਸ਼ਹਿਰ ਨਾਂ ਦੇ ਨਾਲ ਨਾਲ ਉਹਦੀ ਪਹਿਚਾਣ ਵੀ ਬਦਲ ਗਈ ਹੈ। ਉਹ ਤਾਂ ਡੈਫੀਨੇਟਲੀ ਤੁਹਾਨੂੰ ਪਤਾ ਹੈ ਕਿ 47 ਦੇ ਬਾਅਦ ਜਿਸ ਵੇਲੇ ਜਗ੍ਹਾਵਾਂ ਬਦਲੀਆਂ ਕਮਰਸ਼ੀਅਲ ਹੋਏ ਲੋਕਾਂ ਨੂੰ ਰਹਿਣ ਦੇ ਵਾਸਤੇ ਜਗ੍ਹਾ ਦੀ ਥੋੜ੍ਹ ਹੈਗੀ ਸੀ। ਸ਼ਹਿਰ ਅਸੀਂ ਮਰਜ ਕਰੇਗੇ ਲਾਹੌਰ ਨੂੰ ਨਾ ਅੰਦਰ ਵਾਲੀ ਸਾਈਡ 'ਤੇ ਮਰਜ ਕਰੇਗੇ। ਹਾਲਾਂਕਿ ਸਾਨੂੰ ਚਾਹੀਦਾ ਸੀ ਕਿ ਮੁਖਤਲਿਫ ਥਾਵਾਂ ਦੇ ਉੱਤੇ ਅਸੀਂ ਕਸੂਰ ਵਾਲੀ ਸਾਈਡ 'ਤੇ ਇੱਕ ਨਵਾਂ ਸ਼ਹਿਰ ਬਣਾਉਂਦੇ ਅਸੀਂ ਸ਼ੇਖੂਪੁਰੇ ਵਾਲੀ ਸਾਈਡ 'ਤੇ ਨਵਾਂ ਸ਼ਹਿਰ ਬਣਾਉਂਦੇ। ਖੈਰ ਅਸੀਂ ਆਪਣੇ ਮੁੱਦੇ ਦੀ ਗੱਲ ਕਰਾਂਗੇ ਕਿ ਉਹ ਵਾਸਲ ਜਿਹੜਾ ਬੰਦਾ ਸੀ ਉਹਦੀ ਫਿਰ ਔਲਾਦ ਵੀ ਬਾਅਦ ਵਿੱਚ ਰਹੀ ਅਤੇ ਇੰਨੀ ਇੰਪੋਰਟੈਂਟ ਮਸੀਤ ਹੈਗੀ ਸੀ ਕਿ ਕਨਈਆ ਲਾਲ ਹਿੰਦੀ ਨੇ ਵੀ ਆਪਣੀ ਕਿਤਾਬ ਤਾਰੀਖ ਲਾਹੌਰ ਦੇ ਵਿੱਚ ਜ਼ਿਕਰ ਕੀਤਾ ਹੈ। ਸਈਦ ਲਤੀਫ ਹੋਰਾਂ ਨੇ ਜਿਹੜੀ ਲਾਹੌਰ ਦੀ ਤਾਰੀਖ ਅੰਗਰੇਜ਼ੀ ਦੇ ਵਿੱਚ ਲਿਖੀ ਸੀ ਉਹਨਾਂ ਨੇ ਵੀ ਇਹਦਾ ਡਿਟੇਲ ਕਿਸਮ ਦਾ ਵੇਰਵਾ ਕੀਤਾ ਹੈਗਾ। ਉਹਨਾਂ ਨੇ ਤਾਂ ਵਾਸਲ ਦੀ ਜਿਹੜੀ ਬਾਅਦ ਵਿੱਚ ਔਲਾਦ ਜਿਹੜੀ ਲਾਹੌਰ ਆ ਕੇ ਸੈਟਲਡ ਹੋ ਗਈ ਉਹ ਵੀ ਕੀਤਾ। ਅੱਛਾ ਫਿਰ ਇੱਕ ਹੋਰ ਮੈਂ ਤੁਹਾਨੂੰ ਇਸ ਰੈਫਰੈਂਸ ਦੇ ਵਿੱਚ ਐਡ ਕਰਾਂ ਕਿ ਮੈਂ ਜਿਸ ਵੇਲੇ ਇੱਥੇ ਕੰਮ ਕਰ ਰਿਹਾ ਸਾਂ ਅਤੇ ਉਹ ਮਸੀਤ ਦੇ ਇਮਾਮ ਸਾਹਿਬ ਸਨ ਅਤੇ ਉਹਨਾਂ ਨੇ ਦੱਸਿਆ ਸੀ ਕਿ ਇੱਕ ਅੰਗਰੇਜ਼ ਖਾਤੂਨ ਸੀ ਜਿਹੜੀ ਆਉਂਦੀ ਹੁੰਦੀ ਸੀ ਅਤੇ ਉਹ ਕਹਿੰਦੀ ਸੀ ਕਿ ਬਈ ਉਹਦਾ ਜਿਹੜਾ ਬਾਲਪਨ ਹੈਗਾ ਨਾ ਉਹ ਐਸੀ ਮਸੀਤ ਵਿੱਚ ਦੇ ਆਲੇ ਦੁਆਲੇ ਮਹੱਲਿਆਂ 'ਚ ਲੰਘਿਆ ਅਤੇ ਉਹ ਫਿਰ ਨਾਲ ਇਹ ਕਹਿੰਦੀ ਹੁੰਦੀ ਸੀ ਕਿ ਇਹ ਜਿਹੜੀ ਥਾਂ ਹੈਗੀ ਨਾ ਇਹਨੂੰ ਮੁਹੱਲਾ ਖਾਕਰੂਬਾਂ ਵੀ ਕਿਹਾ ਜਾਂਦਾ ਸੀ। ਅੱਛਾ ਖਾਕਰੂਬਾਂ ਵਰਡ ਖਾਕਰੂਬ ਝਾੜੂ ਫੇਰਨ ਵਾਲੇ ਸਫਾਈ ਕਰਨ ਵਾਲੇ। ਅਤੇ ਉਸ ਵੇਲੇ ਜੇ ਤੁਸੀਂ ਜਿੰਨੇ ਵੱਡੇ ਸ਼ਹਿਰ ਹੈਗੇ ਨੇ ਉਹਨਾਂ ਨੂੰ ਹਿਸਟੋਰੀਕਲੀ ਪਿੱਛੇ ਜਾ ਕੇ ਦੇਖੋ ਅਤੇ ਹਰ ਸ਼ਹਿਰ ਦੇ ਨਾਲ ਤੁਹਾਨੂੰ ਪੱਕੀ ਠੱਠੀਆਂ ਕੱਚੀ ਠੱਠੀਆਂ ਨਜ਼ਰ ਆਉਂਦੀਆਂ ਸਨ। ਇੱਥੇ ਖਾਸ ਕਿਸਮ ਦੀ ਦਲਿਤ ਕਮਿਊਨਿਟੀ ਜਾਂ ਸ਼ਹਿਰਾਂ ਨੂੰ ਸਾਫ਼ ਕਰਨ ਵਾਲੀ ਜਿਹੜੀ ਕਮਿਊਨਿਟੀ ਹੈਗੀ ਸੀ ਜਿਹੜੀ ਬਾਅਦ ਵਿੱਚ ਅਸੀਂ ਦੇਖਿਆ ਕਿ ਬ੍ਰਿਟਿਸ਼ ਪੀਰੀਅਡ ਬਹੁਤ ਜ਼ਿਆਦਾ ਦਲਿਤ ਸਨ ਜਿਹੜੇ ਕਨਵਰਟ ਹੋਏ ਕ੍ਰਿਸਚੈਨਿਟੀ ਦੇ ਵਿੱਚ। ਲਾਹੌਰ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਸਮਨਾਬਾਦ ਦੇ ਨੇੜੇ ਤੁਹਾਨੂੰ ਪੱਕੀ ਠੱਠੀ ਮਿਲਦੀ ਹੈ ਜੀ ਮਿਲਦੀ ਹੈ ਅਤੇ ਉਹ ਪੱਕੀ ਠੱਠੀ ਵੀ ਤੁਸੀਂ ਹੁਣ ਵੀ ਜਾ ਕੇ ਦੇਖੋ ਅਤੇ ਉੱਥੇ ਇੱਕ ਖਾਸ ਤਰ੍ਹਾਂ ਦੀ ਕ੍ਰਿਸਚੀਅਨ ਕਮਿਊਨਿਟੀ ਵਸਦੀ ਹੈਗੀ ਹੈ। ਅਤੇ ਜੇ ਤੁਸੀਂ 40s 50s 60s 70s ਤੱਕ ਵੀ ਦੇਖੋ ਤੇ ਜਿਹੜੀ ਲਾਹੌਰ ਦੀ ਵੱਡੀ ਤਾਦਾਦ ਲੋਕਾਂ ਦੀ ਸਫਾਈ ਕਰਨ ਵਾਲੀ ਸੜਕਾਂ ਦੀ ਤੇ ਹਸਪੀਟਲਸ ਦੇ ਵਿੱਚ ਇੰਸਟੀਟਿਊਸ਼ਨਸ ਦੇ ਵਿੱਚ ਉਹ ਉਧਰੋਂ ਹੀ ਮੂਵ ਕਰਕੇ ਜਾਂਦੀ ਸੀ ਤੇ ਉਹ
ਮੈਨੂੰ ਇਹ ਲੱਗਦਾ ਹੈਗਾ ਕਿ ਚੂँकि ਸ਼ਹਿਰ ਵੱਡਾ ਹੋ ਰਿਹਾ ਸੀ ਰਣਜੀਤ ਸਿੰਘ ਦੇ ਪੀਰੀਅਡ ਵਿੱਚ ਵੀ, ਫਿਰ ਬ੍ਰਿਟਿਸ਼ ਪੀਰੀਅਡ ਵਿੱਚ ਵੀ, ਇਟ ਮਾਈਟ ਬੀ ਕਿ ਉਹ ਉਧਰ ਵਾਲੀ ਸਾਈਡ 'ਤੇ ਕਵਰ ਕਰਨ ਵਾਸਤੇ ਕਿ ਤੁਸੀਂ ਦੇਖਦੇ ਹੋ ਕਿ ਇਹ ਸਟੇਸ਼ਨ ਦੇ ਕੋਲ ਮਸਜਿਦ ਹੈਗੀ ਹੈ ਕਿਲ੍ਹਾ ਗੁਜਰ ਸਿੰਘ ਦੇ ਨਾਲ, ਤੇ ਇੱਧਰੋਂ ਜੇ ਤੁਸੀਂ ਸ਼ਹਿਰ ਨੂੰ ਦੇਖੋ ਤੇ ਉਹ ਮੁਗਲਪੁਰਾ, ਧਰਮਪੁਰਾ, ਸ਼ਾਲਾਮਾਰ ਬਾਗ ਦੇ ਆਲੇ ਦੁਆਲੇ ਦੀ ਜਿਹੜੀ ਆਬਾਦੀ, ਜਿਹੜੀ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਨਾਲ ਦੀ ਆਬਾਦੀਆਂ ਸਾਰੀਆਂ, ਮਾਈਟ ਬੀ ਕਿ ਜਿਹੜੇ ਉਧਰ ਨੂੰ ਕੋਈ ਸਫਾਈ ਕਰਨ ਵਾਲੇ ਜਾਂਦੇ ਹੋਣ ਉਹ ਮਹੱਲਾ ਖਾਕਰੂਬਾ ਹੋਵੇ। ਫਿਰ ਮੈਂ ਜਿਸ ਵੇਲੇ ਗਿਆ ਸਾਂ, ਕੁਛ ਤੇ ਮੈਂ ਪਹਿਲੇ ਵੀ ਸੁਣਿਆ ਸੀ ਕਿ ਜੀ ਜਿਹੜੇ ਉਧਰ ਦੇ ਇਮਾਮ ਸਾਹਿਬ ਸਨ ਉਹਨਾਂ ਨੇ ਦੱਸਿਆ ਕਿ ਜੀ ਕੁਛ ਖੁਦਾਈਆਂ ਵਗੈਰਾ ਜਿਸ ਵੇਲੇ ਹੋਈਆਂ ਤੇ ਥੱਲੋਂ ਡਾਟਾਂ ਜਿਹੜੀਆਂ ਨੇ ਨਾ, ਉਹ ਡਾਟਾਂ ਦੀ ਇਸ ਤਰ੍ਹਾਂ ਦੀ ਖਾਸ ਤਰ੍ਹਾਂ ਦੀ ਕੰਸਟਰਕਸ਼ਨ ਹੁੰਦੀ ਜਿਹਨੂੰ ਤੁਸੀਂ ਮਿਹਰਾਬ ਕਹਿੰਦੇ ਹੋ ਜੀ ਜੀ। ਤੇ ਉਹ ਨਾਨਕ ਸ਼ਾਹੀ ਇੱਟਾਂ ਦੀ, ਉਹ ਕਹਿੰਦੇ ਕਿ ਬਹੁਤ ਸਾਰੀਆਂ ਨਿਕਲੀਆਂ। ਮੈਂ ਜਿਸ ਵੇਲੇ ਉਸ ਵੇਲੇ ਮੈਂ ਗਿਆ ਸਾਂ ਕੋਈ 5-6-7 ਸਾਲ ਪਹਿਲੇ, ਤੇ ਉਸ ਗਲੀ ਦੇ ਵਿੱਚ ਇੱਕ ਮਕਾਨ ਦੀ ਖੁਦਾਈ ਹੋ ਰਹੀ ਸੀ ਜਿਹੜਾ ਬਾਅਦ ਵਿੱਚ ਕਨਵਰਟ ਹੋ ਰਿਹਾ ਸੀ ਪਲਾਜ਼ੇ ਦੇ ਵਿੱਚ, ਤੇ ਜਿਸ ਵੇਲੇ ਖੁਦਾਈ ਹੋਈ ਤੇ ਮੈਂ ਵੀ ਥੱਲੇ ਦੇਖਿਆ ਕਿ ਬਹੁਤ ਸਾਰੀ ਉਹਦੇ ਵਿੱਚ ਮਿਹਰਾਬਾਂ ਨਿਕਲੀਆਂ। ਤੇ ਅਸੀਂ ਇਹ ਕਹਿ ਸਕਦੇ ਹੈਗੇ ਕਿ ਸਿਰਫ ਲਾਹੌਰ ਦੀ ਇਹ ਥਾਂ ਨਹੀਂ, ਸਾਰਾ ਹੀ ਵਰਲਡ ਸਿਟੀ ਦੇ ਆਲੇ ਦੁਆਲੇ ਜਿਹੜਾ ਲਾਹੌਰ ਹੈਗਾ, ਜੇ ਤੁਸੀਂ ਚਾਹੁੰਦੇ ਹੋ ਕਿ ਐਗਜ਼ੈਕਟ ਜਾਣਨਾ ਕਿ ਲਾਹੌਰ ਕਿੰਨਾ ਪੁਰਾਣਾ ਹੈਗਾ, ਇਹਦੀਆਂ ਨੀਹਾਂ ਕਿੱਥੇ ਜਾ ਕੇ ਮਿਲਦੀਆਂ ਨੇ। ਕਿਉਂਕਿ ਆਸਿਫ ਅੱਜ ਕੱਲ੍ਹ ਇੱਕ ਨਵਾਂ ਸਕੂਲ ਆਫ ਥਾਟ ਟੁਰ ਪਿਆ ਹੈ ਕਿ ਕੁਝ ਲੋਕ ਨੇ ਕਿ ਜਿਹੜੇ ਇਹ ਗੱਲ ਨੂੰ ਪ੍ਰੂਵ ਕਰਨ ਦੇ ਉੱਤੇ ਟੁਰ ਪਏ ਨੇ ਕਿ ਜੀ ਇਹ ਲਾਹੌਰ ਜਿਹੜਾ ਹੈਗਾ ਮੁਸਲਿਮ ਪੀਰੀਅਡ ਤੋਂ ਪਹਿਲੇ ਇੱਕ ਨਿੱਕਾ ਜਿਹਾ ਕਸਬਾ ਸੀ, ਇਹਦੀ ਕੋਈ ਇੰਨੀ ਵੈਲਿਊ ਨਹੀਂ ਹੈਗੀ ਸੀ, ਤੇ ਕਸਬਾ ਸੀ, ਹੈ ਸੀ, ਨਹੀਂ ਹੈ ਸੀ, ਇਹਦੀ ਕੀ ਵੈਲਿਊਏਸ਼ਨ ਹੈਗੀ ਹੈ। ਕਿਉਂਕਿ ਅਸੀਂ ਹਰ ਸ਼ਹਿਰ ਨੂੰ ਹੀ ਖਾਸ ਤਰ੍ਹਾਂ ਦੀ ਇੱਕ ਆਪਣੀ ਧਾਰਮਿਕ ਅੱਖ ਨਾਲ ਦੇਖਦੇ ਹਾਂ, ਤੇ ਉਸ ਧਾਰਮਿਕ ਅੱਖ ਦੇ ਨਾਲ ਹੀ ਅਸੀਂ ਸ਼ਹਿਰਾਂ ਨੂੰ ਅਪਰੂਵ ਔਰ ਡਿਸਅਪਰੂਵ ਕਰਦੇ ਹਾਂ। ਕਿ ਤੁਸੀਂ ਦੇਖੋ ਕਿ ਨਾਲ ਸਾਡਾ ਜਿਹੜਾ ਗੁਆਂਢੀ ਕੰਟਰੀ ਹੈਗਾ, ਉੱਥੇ ਵੀ ਬੀਜੇਪੀ ਦੀ ਜਿਸ ਵੇਲੇ ਦੀ ਗਵਰਨਮੈਂਟ ਆਈ ਹੈ, ਤੇ ਉਹ ਵੀ ਖਾਸ ਤਰ੍ਹਾਂ ਦੀ ਹਿਸਟਰੀ ਦੀ ਸ਼ਕਲ ਲੈ ਕੇ ਟੁਰਦੇ ਪਏ ਨੇ ਕਿ ਜਿਸ ਤਰ੍ਹਾਂ ਕੁਝ ਉਹਨਾਂ ਦੇ ਹਿਸਟੋਰੀਅਨਸ ਇਹ ਸਾਬਿਤ ਕਰਨ ਟੁਰੇ ਨੇ ਕਿ ਵੀ ਆਰੀਅਨਸ ਇੱਧਰ ਦੇ ਹੀ ਰਹਿਣ ਵਾਲੇ ਸਨ, ਦਰਾਵੜ ਕਿੱਧਰ ਦੇ ਸਨ, ਨਵੀਂ ਜਿਹੜੀ ਹੈਗੀ ਨਾ ਥਿਊਰੀਜ਼ ਬਾਹਰ ਆ ਰਹੀਆਂ ਨੇ, ਤੇ ਉਹਨਾਂ ਦੇ ਸਾਰੇ ਜਿਹੜੇ ਮਾਮਲੇ ਨੇ ਉਹ ਕਿਵੇਂ ਨਿਤਾਰੇ ਜਾਣਗੇ, ਉਹ ਉਸੇ ਸੂਰਤ ਹੀ ਨਿਤਾਰੇ ਜਾਣਗੇ ਜਿਵੇਂ ਤੁਸੀਂ ਇੱਕ ਖਾਸ ਜਿਹੜੇ ਮੌਜੂਦਾ ਰਿਸਰਚ ਦੇ ਮਾਡਰਨ ਟੈਕਨੀਕਸ ਹੈਗੀਆਂ ਨੇ, ਜਿਹੜੇ ਮਾਡਰਨ ਚੱਜ ਹੈਗੇ ਨੇ, ਜਿਹੜੇ ਦੂਸਰੇ ਲੋਕ ਦੂਜੇ ਮੁਲਕਾਂ 'ਚ ਵਰਤਦੇ ਨੇ, ਕੋਈ ਖਾਸ ਤਰੀਕੇ ਨਾਲ ਖੁਦਾਈਆਂ ਕਰਦੇ ਨੇ ਕਿ ਕੋਈ ਇੱਕ ਛੋਟਾ ਜਿਹਾ ਭਾਂਡਾ, ਕੋਈ ਕਿਰਚੀ, ਉਹ ਵੀ ਤਬਾਹ ਨਹੀਂ ਹੋਣ ਦਿੰਦੇ, ਕਿ ਉਹ ਤੋਂ ਡਿਫਰੈਂਟ ਕਿਸਮ ਦੀ ਉਹ ਸ਼ੈਵਾਂ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਿ ਇੱਥੋਂ ਤੱਕ ਕਿ ਮਹਿਰਗੜ੍ਹ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਉੱਥੇ ਜਿਸ ਵੇਲੇ ਖੁਦਾਈ ਹੋਈ ਤੇ ਕਾਟਨ ਦਾ ਇੱਕ ਇੰਨਾ ਜਿਹਾ ਪੀਸ ਨਿਕਲਿਆ, ਤੇ ਉੱਧਰੋਂ ਫਿਰ ਰਿਸਰਚ ਕਰਨ ਲੱਗੇ ਕਿ ਜੀ ਇਟ ਮਾਈਟ ਵੀ ਇੰਨੇ ਹਜ਼ਾਰ ਸਾਲ ਪੁਰਾਣਾ ਹੋਵੇ, ਇੰਨੇ ਹਜ਼ਾਰ ਪ੍ਰੀ ਹਿਸਟਰੀ ਇਹਦਾ ਹੋਵੇ। ਤੇ ਉਹ ਜਿਸ ਵੇਲੇ ਉਹ ਖੁਦਾਈਆਂ ਉੱਥੇ ਅਸੀਂ ਇਸ ਮਸਜਿਦ ਦੇ ਨਾਲ ਵੀ ਦੇਖੀਆਂ, ਡਾਟਾ ਨਿਕਲੀਆਂ ਉਹਦੇ ਵਿੱਚੋਂ, ਤੇ ਮੈਂ ਇਹ ਸਮਝਣਾ ਚਾਹਾਂਗਾ ਕਿ ਇਹ ਜਿਹੜੀ ਨਵੀਂ ਥਿਊਰੀਜ਼ ਆ ਰਹੀਆਂ ਨੇ, ਹਰ ਬੰਦੇ ਨੂੰ ਹੱਕ ਹੈਗਾ ਕਿ ਉਹ ਆਪਣੀ ਗੱਲ ਕਰੇ। ਤੇ ਤਾਰੀਖ ਦਾ ਤੇ ਮਾਮਲਾ ਹੀ ਇਹੋ ਹੀ ਹੈ ਕਿ ਉਹਨੂੰ ਤੁਸੀਂ ਪਿਛਲੇ ਵੇਲੇ ਦੇ ਵੀ ਜਾ ਕੇ ਦੇਖਣਾ ਹੈਗਾ ਕਿ ਕਿਸ ਲੈਵਲ ਤੱਕ ਠੀਕ ਹੈ ਨਹੀਂ ਹੈ ਜਿਹੜੀਆਂ ਗੱਲਾਂ ਨੇ, ਕਿਉਂਕਿ ਬਾਦਸ਼ਾਹਾਂ ਦੀ ਲਿਖਾਈ ਤਾਰੀਖ ਹੈ। ਫਿਰ ਜਿਹੜੇ ਵਾਰੀਅਰਸ ਹੈਗੇ ਸਨ, ਤਾਰੀਖ ਉਹਨਾਂ ਦੇ ਨਾਲ ਹੀ ਜੁੜਦੀ ਗਈ ਕਿ ਅੱਜ ਤੁਸੀਂ ਜੇ ਇਹਨੂੰ ਪਿਛਲੇ ਲੈਵਲ ਦੇ ਉੱਤੇ ਸੈਕੰਡ ਵਰਲਡ ਵਾਰ ਜਾਂ ਫਸਟ ਵਰਲਡ ਵਾਰ ਦੇ ਵਿੱਚ ਆ ਕੇ ਦੇਖੋ, ਤੇ ਜਿਹੜੀ ਹੁਣ ਅਸੀਂ ਤਾਰੀਖ ਪੜ੍ਹਨੇ ਉਹ ਸਾਰੀ ਹਿਟਲਰ ਦੇ ਐਂਟੀ ਪੜ੍ਹਨੇ ਹੈਗੇ। ਤੇ ਜੇ ਫਰਜ਼ ਕਰੋ ਕਿ ਹਿਟਲਰ ਜਿੱਤ ਗਿਆ ਹੁੰਦਾ ਤੇ ਫਿਰ ਉਸ ਦੇ ਐਂਟੀ ਪੜ੍ਹਨੀ ਸੀ, ਤੇ ਫਿਰ ਉਹ ਹਿਟਲਰ ਦੇ ਪੁਆਇੰਟ ਆਫ ਵਿਊ ਨਾਲ ਤਾਰੀਖ ਲਿਖੀ ਜਾਣੀ ਸੀ ਨਾ। ਤੇ ਇਸ ਤਰ੍ਹਾਂ ਸ਼ਹਿਰ ਦੀ ਵਸੋਂ, ਸ਼ਹਿਰ ਨੂੰ ਟੁਰਨਾ, ਕਿਉਂਕਿ ਮੈਂ ਸਮਝਦਾ ਹੈਗਾ ਕਿ ਜਿਹੜੀ ਸ਼ਹਿਰਾਂ ਦੀ ਨੀਂਹ ਹੁੰਦੀ ਸੀ ਉਹ ਦਰਿਆਵਾਂ ਦੇ ਕੰਢੇ 'ਤੇ ਹੁੰਦੀ ਸੀ, ਕਿ ਉੱਥੇ ਤੁਹਾਨੂੰ ਖੁਰਾਕ ਮਿਲ ਜਾਂਦੀ ਸੀ, ਦਰਿਆਈ ਖੁਰਾਕ ਵੀ ਹੁੰਦੀ ਸੀ, ਮੱਛੀਆਂ ਵਗੈਰਾ ਤੇ ਸਾਰਾ ਕੁਝ, ਐਂਡ ਉਹਦੇ ਆਲੇ ਦੁਆਲੇ ਤੁਸੀਂ ਫਸਲਾਂ ਵੀ ਬੀਜ ਲੈਂਦੇ ਸੀ, ਤੁਹਾਨੂੰ ਬਾਗ ਵੀ ਮਿਲ ਜਾਂਦੇ ਸਨ, ਜੋ ਵੀ ਤੁਸੀਂ ਕਰਨਾ ਚਾਹੁੰਦੇ ਸੀ। ਤੇ ਮੈਂ ਤਾਂ ਸਮਝਦਾ ਕਿ ਲਾਹੌਰ ਕਿੰਨਾ ਪੁਰਾਣਾ ਹੋ ਸਕਦਾ ਹੈਗਾ, ਉਹ ਦਰਿਆਏ ਰਾਵੀ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਕਿ ਦਰਿਆਏ ਰਾਵੀ ਨਾਲ ਕਿੰਨਾ ਪੁਰਾਣਾ ਹੈ। ਤੇ ਬਹਰਹਾਲ ਨਕੀਬਾ ਮਸਜਿਦ ਜਿਹਦੇ ਤੋਂ ਅਸੀਂ ਇਹ ਸਾਰਾ ਪਸਾਰ ਖੁੱਲ੍ਹਿਆ ਸਾਰੀ ਇਸ ਗੱਲ ਦਾ, ਉਹਦੀ ਖਾਸ ਅਹਿਮੀਅਤ ਹੈਗੀ ਹੈ। ਲੇਕਿਨ ਤੁਸੀਂ ਵੀ ਜਾ ਕੇ ਉੱਥੇ ਦੇਖਿਆ ਹੋਏਗਾ ਕਿ ਕਿਸੇ ਵੀ ਮਹਿਕਮਾ ਔਕਾਫ ਜਾਂ ਇਹਨਾਂ ਨੇ ਉਹਨਾਂ ਨੂੰ ਮਹਿਕਮਾ ਸਾਰੇ ਕਦੀਮਾਂ ਨੇ ਟੇਕ ਓਵਰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਹੁਕੂਮਤ ਨੂੰ ਇਸ ਵੇਲੇ? ਯਾਰ ਵਾਸਿਫ, ਕੋਈ ਸ਼ੈ ਕੀਤੀ ਜਾਏ ਉੱਥੇ ਐਸਓਪੀਸ ਬਣਾਈ ਜਾਣ ਕਿ ਉਹਦੀ ਪੁਰਾਣੀ ਹਾਲਤ ਦੁਬਾਰਾ ਬਹਾਲ ਕੀਤੀ ਜਾਏ। ਦੇਖੋ ਇਹ ਨਾ ਸਾਰੇ ਫੋਰ ਦਾ ਟਾਈਮਿੰਗ ਛੋਟੇ ਜਿਹੇ ਸੋਲੂਸ਼ਨਸ ਹੈਗੇ ਨੇ। ਜਦੋਂ ਤਾਈਂ ਤੁਸੀਂ ਆਪਣੀ ਤਾਰੀਖ ਨੂੰ ਓਨ ਨਹੀਂ ਕਰੋਗੇ, ਆਪਣੇ ਕਲਚਰ ਨੂੰ ਓਨ ਨਹੀਂ ਕਰੋਗੇ,
ਉਹਨੂੰ ख़ास ਤਰ੍ਹਾਂ ਦੀ ਅਕੀਦਤ ਜਾਂ ਨਫ਼ਰਤ ਦੀ ਐਨਕਾਂ ਤੋਂ ਪਰਾਂ ਨਹੀਂ ਕਰੋਗੇ, ਆਪਣੀ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ, ਉਹ ਸਾਰੇ ਹੈਰੀਟੇਜ ਨੂੰ ਨਾਲ ਮੰਨੋਗੇ ਕਿ ਜਿਹੜਾ ਇੱਥੇ ਹੈ ਸੀ। ਆਪਣੀ ਮਰਜ਼ੀ ਦਾ ਹੈਰੀਟੇਜ ਨਹੀਂ ਹੁੰਦਾ, ਧਰਤੀ ਦਾ ਇੱਕ ਆਪਣਾ ਤੋਰਾ ਹੈਗਾ, ਧਰਤੀ ਵੇਲੇ ਦੇ ਨਾਲ ਨਾਲ ਆਪ ਟੁਰਦੀ ਹੈ। ਸਭ ਤੋਂ ਇੰਪੋਰਟੈਂਟ ਸ਼ੈ ਇਹ ਹੈ ਕਿ ਇਹ ਤੁਹਾਡੇ ਜਿਹੜੇ ਸਿਲੇਬਸਿਸ ਹੈਗੇ ਨੇ ਉਹਦੇ ਵਿੱਚ ਇਹਨੂੰ ਹਿਸਟਰੀ ਦੇ ਸਬਜੈਕਟ ਨੂੰ ਐਂਡ ਆਰਕੀਓਲੋਜੀ ਨੂੰ, ਤੁਹਾਡੇ ਕਲਚਰਲ ਹੈਰੀਟੇਜ ਨੂੰ ਇਹਨੂੰ ਐਂਟਰ ਹੋਣਾ ਚਾਹੀਦਾ ਹੈਗਾ। ਕਿ ਮੈਂ ਇੱਕ ਦਫਾ ਪ੍ਰਾਣ ਨੋਇਲ ਦੀ ਕਿਤਾਬ ਪੜ੍ਹ ਰਿਹਾ ਸਾਂ, ਪਾਰਟੀਸ਼ਨ ਤੋਂ ਪਹਿਲੇ ਪ੍ਰਾਣ ਨੋਇਲ ਬਹੁਤ ਸਕਾਲਰਸ ਹੈਗੇ ਨੇ ਵੱਡੇ, ਇੱਥੋਂ ਚਲੇ ਗਏ ਸਨ ਸਾਲ 1.5 ਸਾਲ ਪਹਿਲੇ, 2 ਸਾਲ ਪਹਿਲੇ ਉਹਨਾਂ ਦੀ ਡੈਥ ਹੋਈ ਹੈ। ਤਾਂ ਉਹਨਾਂ ਆਪਣੀ ਕਿਤਾਬ ਵੀ ਲਿਖਿਆ ਸੀ ਕਿ ਸਾਨੂੰ ਲਾਹੌਰ ਦੀ ਜਿਸ ਵੇਲੇ ਅਸੀਂ ਪੜ੍ਹਨੇ ਸਾਂ ਅਤੇ ਸਾਡੇ ਸਿਲੇਬਸ ਦੇ ਲਾਹੌਰ ਦੇ ਜੋਗਰਾਫੀਆ ਪੜ੍ਹਾਇਆ ਜਾਂਦਾ ਸੀ, ਅਤੇ ਲਾਹੌਰ ਦੇ ਜੋਗਰਾਫੀਆ ਵਿੱਚ ਸਾਨੂੰ ਲਾਹੌਰ ਦੇ ਦਰਵਾਜ਼ੇ ਵੀ ਪੜ੍ਹਾਏ ਜਾਂਦੇ ਸਨ। ਉਹ 20 ਲਫ਼ਜ਼ ਜਿਹੜਾ ਉਹਨਾਂ ਨੇ ਇਸਤੇਮਾਲ ਕੀਤਾ ਅਤੇ ਮੈਨੂੰ ਅੰਦਾਜ਼ਾ ਹੋਇਆ ਕਿ ਇਹਦਾ ਮਤਲਬ ਹੈ ਕਿ ਲਾਹੌਰ ਦੇ ਦਰਵਾਜ਼ਿਆਂ ਤੋਂ ਅੱਡ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਵੀ ਲੋਕਾਂ ਨੇ ਕੰਮ ਕੀਤਾ ਹੋਏਗਾ, ਉਹ ਵੀ ਸਟੂਡੈਂਟਸ ਤੋਂ ਪੜ੍ਹਾਈਆਂ ਜਾਂਦੀਆਂ ਹੋਣਗੀਆਂ ਕਿ ਯਾਰ ਇਹ ਤੁਹਾਡਾ ਹੈਰੀਟੇਜ ਹੈਗਾ ਸੀ। ਅਤੇ ਜਦੋਂ ਤੱਕ ਤੁਹਾਡੀਆਂ ਸਰਕਾਰਾਂ ਇਹਨੂੰ ਦਿਲੋਂ ਓਨ ਨਹੀਂ ਕਰਨਗੀਆਂ, ਸਿਲੇਬਸਿਸ ਵਿੱਚ ਐਂਟਰ ਨਹੀਂ ਕਰਨਗੀਆਂ, ਲੋਕਾਂ ਨੂੰ ਇਹਦੀ ਵੈਲਿਊਏਸ਼ਨ ਨਹੀਂ ਹੋਏਗੀ, ਅਤੇ ਇਹ ਤੁਸੀਂ ਕੀ ਕਰੋਗੇ ਕਿ ਫੋਰ ਦਾ ਟਾਈਮਿੰਗ ਜਾ ਕੇ ਕਹਿ ਦੋਗੇ ਕੋਈ ਆਏਗਾ ਬੰਦਾ, ਉਹ ਆ ਕੇ ਕੋਈ ਏਡ ਦੇ ਕੇ ਚਲਾ ਜਾਏਗਾ, ਕੁਝ ਕਰ ਲੇਗਾ, ਕੁਝ ਸਾਲਾਂ ਵਾਸਤੇ ਉਹਨੂੰ ਪ੍ਰੀਜ਼ਰਵ ਵੀ ਹੋ ਜਾਏਗੀ। ਲੇਕਿਨ ਸ਼ਹਿਰ ਐਵੇਂ ਪ੍ਰੀਜ਼ਰਵ ਨਹੀਂ ਹੁੰਦੇ ਹੈ, ਸ਼ਹਿਰ ਅਤੇ ਉਹਨਾਂ ਦਾ ਹੈਰੀਟੇਜ ਐਵੇਂ ਪ੍ਰੀਜ਼ਰਵ ਹੁੰਦਾ ਹੈਗਾ ਕਿ ਤੁਸੀਂ ਲੋਕਾਂ ਦੇ ਵਿੱਚ ਉਹਦੀ ਵੈਲਿਊ ਪਾਓ ਕਿ ਇਹ ਕੋਈ ਸ਼ੈ ਹੈ ਵੇ, ਇਹ ਉਹ ਸ਼ੈ ਵੇ ਜਿਹਦੇ 'ਤੇ ਸਾਨੂੰ ਫਖਰ ਕਰਨਾ ਚਾਹੀਦਾ ਹੈ। ਸਾਡਾ ਹੈਰੀਟੇਜ ਜਿਹੜਾ ਹੈਗਾ ਉਹਦੇ ਵਿੱਚ ਭਾਵੇਂ ਮਸੀਤਾਂ ਹੋਣ, ਮਜ਼ਾਰ ਹੋਣ, ਬੁੱਧਿਸਟ ਦੀ ਇਬਾਦਤਗਾਹਾਂ ਹੋਣ, ਹਿੰਦੂਆਂ ਦੀ ਹੋਣ, ਸਿੱਖਾਂ ਦੀ ਹੋਣ, ਜੋ ਵੀ ਸਾਡੇ ਪਿੱਛੇ ਕਲਚਰ ਦੇ ਅੰਦਰ ਚੱਲਦਾ ਆ ਰਿਹਾ, ਜਿਹੜੀ ਸ਼ੈ ਜਿੰਨੀ ਪੁਰਾਣੀ ਹੈ ਉਹ ਉਹਨਾਂ ਸਾਡੇ 'ਤੇ ਰੱਬ ਦਾ ਕਰਮ ਹੈਗਾ ਕਿ ਉਹ ਸਾਡੇ ਕੋਲ ਇੱਥੇ ਮਹਿਫੂਜ਼ ਹੈਗੀ ਹੈ ਅਤੇ ਅਸੀਂ ਉਹਨੂੰ ਦੇਖੀਏ। ਤੁਸੀਂ ਲਾਹੌਰ ਮਿਊਜ਼ੀਅਮ ਵਿੱਚ ਜਾ ਕੇ ਦੇਖਦੇ ਹੋ ਕਿ ਬੁੱਧਾ ਦੇ ਕਿੰਨੇ ਪੁਰਾਣੇ ਜਿਹੜੇ ਹੈਗੇ ਨੇ ਸਕਲਪਚਰਸ ਪਏ ਨੇ, ਸਟੈਚੂਸ ਬਣੇ ਨੇ, ਅਤੇ ਉਹ ਸਾਨੂੰ ਮਾਣ ਹੈਗਾ ਨਾ ਉਹਨਾਂ ਦੇ ਉੱਤੇ ਕਿ ਵੀ ਅਸੀਂ ਇੰਨੀ ਵੱਡੀ ਹੈਰੀਟੇਜ ਦਾ ਅਸੀਂ ਉਹਨੂੰ ਓਨ ਕਰਨੇ ਹੈਗੇ ਹਾਂ ਅਤੇ ਸਾਡੀ ਵਿਰਾਸਤ ਦੇ ਵਿੱਚ ਹੈਗਾ। ਅਤੇ ਬਸ ਇਹੋ ਹੀ ਸਰਕਾਰਾਂ ਇਹਨੂੰ ਮੰਨਣ। ਅਤੇ ਤੁਸੀਂ ਹਿਸਟਰੀ ਦੇ ਤਾਲਬੇ ਇਲਮਾਂ ਨੂੰ ਕੁਝ ਕਹਿਣਾ ਚਾਹੋਗੇ ਰਿਸਰਚ ਕਰਨ ਵਾਸਤੇ ਕਿ ਉਹ ਕਿਹਦੇ ਉੱਤੇ ਰਿਸਰਚ ਕਰਨ? ਇੱਕ ਤਾਂ ਇਹ ਹੈ ਕਿ ਜਿੰਨੇ ਵੀ ਹਿਸਟਰੀ ਦੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਪੂਰੀ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ ਬਾਹਰ ਨਿਕਲਣਾ ਚਾਹੀਦਾ ਹੈਗਾ। ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਜੀ ਹੁਣ ਜੇ ਕੋਈ ਇੱਕ ਸਾਈਡ ਦੇ ਉੱਤੇ ਖਾਸ ਤਰ੍ਹਾਂ ਦਾ ਕੋਈ ਰੁਝਾਨ ਬਣਿਆ ਹੋਇਆ ਹੈ ਕਿ ਹੁਣ ਜਿਸ ਤਰ੍ਹਾਂ ਸਾਡੇ ਕੁਝ ਬੱਚੇ ਹੈਗੇ ਨੇ ਅੱਜ ਕੱਲ੍ਹ, ਉਹ ਸਿਰਫ ਔਰ ਸਿਰਫ ਸਿੱਖ ਹੈਰੀਟੇਜ ਦੇ ਉੱਤੇ ਕੰਮ ਕਰਦੇ ਪਏ ਨੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਸਿੱਖ ਹੈਰੀਟੇਜ 'ਤੇ ਕੰਮ ਕਰਾਂਗੇ ਤਾਂ ਸ਼ਾਇਦ ਸਾਡੇ ਬਾਹਰ ਵਾਲੇ ਦੇਸ਼ਾਂ ਦੀ ਜ਼ਿਆਦਾ ਸੁਣੀ ਜਾਏਗੀ। ਬਿਲਕੁਲ ਸਿੱਖ ਹੈਰੀਟੇਜ 'ਤੇ ਵੀ ਕੰਮ ਕਰਨਾ ਚਾਹੀਦਾ ਹੈ। ਲੇਕਿਨ ਭਾਈ ਜੀ ਸਾਡੇ ਪਹਿਲਵਾਨ ਵੀ ਸਨ, ਸਾਡੇ ਸਨ, ਉਹ ਭਾਵੇਂ ਮੁਸਲਮਾਨ ਹੈਗੇ ਸਨ, ਹਿੰਦੂ ਸਨ, ਸਿੱਖ ਸਨ, ਸਾਡੇ ਪਹਿਲਵਾਨ ਹੈਗੇ ਸਨ। ਸੰਗੀਤ ਵਾਲੇ ਬੰਦੇ ਵੀ ਸਾਡੇ ਹੀ ਸੰਗੀਤ ਵਾਲੇ ਸਨ, ਜਿਹੜੇ ਵਾਰੀਅਰਸ ਹੈਗੇ ਸਨ ਉਹ ਵੀ ਸਾਡੇ ਵਾਰੀਅਰਸ ਸਨ। ਜੇ ਸ਼ਾਹ ਹੁਸੈਨ ਹੈਗਾ ਸੀ ਤਾਂ ਪੂਰੇ ਹੀ ਲਾਹੌਰ ਦਾ ਸ਼ਾਹ ਹੁਸੈਨ ਹੈਗਾ ਸੀ। ਅਤੇ ਸਾਨੂੰ ਇਹਨਾਂ ਸਾਰੀਆਂ ਸ਼ੈਵਾਂ ਲੈ ਕੇ ਟੁਰਨਾ ਚਾਹੀਦਾ ਹੈ ਅਤੇ ਨਾਲ ਇਸ ਸ਼ੈ ਤੋਂ ਬਿਲਕੁਲ ਨਿਸ਼ਚਿੰਤ ਹੋ ਗਏ ਕਿ ਪਤਾ ਨਹੀਂ ਉਹਨਾਂ ਦਾ ਕੰਮ ਕੋਈ ਪੜ੍ਹਦਾ ਹੈ ਨਹੀਂ ਪੜ੍ਹਦਾ, ਉਹਨਾਂ ਦੇ ਕੰਮ ਦੀ ਕੋਈ ਪਜ਼ੀਰਾਈ ਹੁੰਦੀ ਹੈ ਕਿ ਨਹੀਂ ਹੁੰਦੀ। ਕਿਉਂਕਿ ਜਿਸ ਸੁਸਾਇਟੀ 'ਚ ਅਸੀਂ ਰਹਿ ਰਹੇ ਹਾਂ, ਜੇ ਇਹਨਾਂ ਸ਼ੈਵਾਂ ਦੀ ਕੋਈ ਖਾਸ ਤਰ੍ਹਾਂ ਦੀ ਵੈਲਿਊਏਸ਼ਨ ਹੁੰਦੀ ਅਤੇ ਭਾਈ ਜੀ ਇਹ 2000 ਸਾਲ ਪੁਰਾਣਾ, 2500 ਸਾਲ ਪੁਰਾਣਾ ਜਿਹੜਾ ਕਿ ਸਾਨੂੰ ਕਨਈਆ ਲਾਲ ਹਿੰਦੀ ਦੀ ਕਿਤਾਬਾਂ ਤੋਂ ਰੈਫਰੈਂਸਿਸ ਮਿਲਦੇ ਨੇ ਕਿ ਇਹ ਮਿਨੀਮਮ ਹੈ ਇੰਨਾ ਪੁਰਾਣਾ ਸ਼ਹਿਰ, ਉਹਦੀ ਸਾਰੀਆਂ ਸ਼ੈਵਾਂ ਪਿਛਲੇ 30-40 ਸਾਲਾਂ ਦੇ ਵਿੱਚ ਖਤਮ ਨਾ ਹੋ ਜਾਂਦੀਆਂ। ਅਤੇ ਉਹ ਜਿਹੜੇ ਵੀ ਬਾਲ ਹੈਗੇ ਨੇ, ਜਿਹੜੇ ਨਵੇਂ ਨੇ, ਉਹਨਾਂ ਨੂੰ ਇਹਨਾਂ ਸਾਰੀਆਂ ਸ਼ੈਵਾਂ ਨੂੰ ਲੈ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੱਟ ਐਂਡ ਪੇਸਟ 'ਤੇ ਨਹੀਂ ਜਾਣਾ ਚਾਹੀਦਾ ਹੈਗਾ। ਕਿ ਕਈ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਜਿਹੜੇ ਬੜੇ ਮਿਹਨਤ ਨਾਲ ਕੰਮ ਕਰਦੇ ਰਹੇ, ਲੇਕਿਨ ਜਿਸ ਵੇਲੇ ਉਹ ਲਿਖਣ ਦੇ ਉੱਤੇ ਆਉਂਦੇ ਸਨ ਅਤੇ ਉਹ ਆਪ ਕੁਛ ਵੀ ਨਹੀਂ ਲਿਖ ਪਾਉਂਦੇ ਸਨ। ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਪੁਰਾਣੀਆਂ ਕਿਤਾਬਾਂ ਸਨ, ਜਿਹੜੀਆਂ ਉਸ ਵੇਲੇ ਮਾਰਕੀਟ 'ਚ ਅਵੇਲੇਬਲ ਨਹੀਂ ਹੈਗੀਆਂ ਸਨ, ਅਤੇ ਜੋ ਉਹਨਾਂ ਦੀ ਕਾਪੀਆਂ ਉਹਨਾਂ ਕੋਲ ਹੈ ਸਨ ਅਤੇ ਉਹਨਾਂ ਨੇ ਐਜ਼ ਇਟ ਇਜ਼ ਹੀ ਉਹਨਾਂ ਨੂੰ ਦੇ ਦਿੱਤੀਆਂ ਅਤੇ ਉਹੀ ਕੰਪੋਜ਼ ਹੋ ਕੇ ਬਾਹਰ ਆ ਗਈਆਂ। ਅਤੇ ਇਹੋ ਜਿਹੇ ਇੰਝ ਦੇ ਰੁਝਾਨਾਤ ਨਹੀਂ ਹੋਣੇ ਚਾਹੀਦੇ। ਡੈਫੀਨਿਟਲੀ ਤੁਹਾਨੂੰ ਪੁਰਾਣੀਆਂ ਕਿਤਾਬਾਂ ਦੀ ਲੋੜ ਪੈਂਦੀ ਹੈ ਕਿਉਂਕਿ ਤੁਸੀਂ ਉਸ ਵੇਲੇ ਹੈ ਨਹੀਂ ਸੀ ਨਾ। ਜਿਸ ਤਰ੍ਹਾਂ ਹੁਣ ਮਸਜਿਦ ਨਕੀਬਾਂ ਹੈ, ਅੱਜ ਤੋਂ 250-300 ਸਾਲ ਪਹਿਲੇ ਤੁਸੀਂ ਤਾਂ ਨਹੀਂ ਮੌਜੂਦ ਹੈ, ਸਾਨੂੰ ਪੁਰਾਣੇ ਵੇਲੇ ਦੀ ਕਿਤਾਬਾਂ ਦੇ ਰੈਫਰੈਂਸਿਸ ਦੀ ਲੋੜ ਹੈਗੀ ਹੈ। ਅਤੇ ਜੇ ਅਸੀਂ ਲਿਖ ਦਈਏ ਕਿ ਜੀ ਫਲਾਣੇ ਪੇਜ ਤੋਂ ਫਲਾਣੇ ਰਾਈਟਰ ਨੇ ਇਹ ਗੱਲ ਕੀ ਸੀ ਇਸ ਸੰਨ ਦੇ ਵਿੱਚ, ਅਤੇ ਉਸ ਗੱਲ ਦੀ ਵੈਲਿਡਿਟੀ ਬਣ ਜਾਂਦੀ ਹੈ, ਬਜਾਏ ਕਿ ਉਹਦਾ ਹੀ ਲਿਖਿਆ ਜਿਹੜਾ ਹੈਗਾ ਸਿੱਧਾ ਕਾਪੀ ਕਰਕੇ ਉੱਥੇ ਤੁਸੀਂ ਲਗਾ ਦਿਓ। ਤੁਹਾਨੂੰ ਤਾਂ ਆਪਣਾ ਕੰਟਰੀਬਿਊਸ਼ਨ ਕਰਨਾ ਹੈ ਕਿ ਤੁਸੀਂ ਇਹ ਦੇਖੋ ਕਿ ਉਹਨਾਂ ਸ਼ੈਵਾਂ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਟੁਰਦੇ ਪਏ ਹੋ, ਤੁਸੀਂ ਕਿਸ ਤਰ੍ਹਾਂ ਦੇਖਿਆ। ਕਿਉਂਕਿ ਹਰ ਹਿਸਟੋਰੀਅਨ ਜਿਹੜਾ ਹੈਗਾ ਉਹਦਾ ਆਪਣਾ ਇੱਕ ਚੱਜ ਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਇੱਕ ਮਸੀਤ ਹੈ ਬਹੁਤ ਪੁਰਾਣੀ, ਅਤੇ
ਜੇ ਇਹ ਹਿਸਟੋਰੀਅਨ ਉੱਥੇ ਗਿਆ ਤਾਂ ਉਹਨੇ ਦੇਖਿਆ ਕਿ ਉਹਨਾਂ ਨੇ ਉਹਦੀ ਸਾਂਭ ਵਾਸਤੇ ਨਾ ਸ਼ੀਸ਼ੇ ਦੀ ਜਾਂ ਚੀਨੀ ਦੀ ਜਿਹੜੀਆਂ ਨੇ ਨਾ ਪਲੇਟਾਂ ਦਾ ਕੰਮ ਕਰ ਦਿੱਤਾ ਹੈ, ਤੇ ਉਹ ਉਹਨੂੰ ਬਹੁਤ ਐਪਰੀਸ਼ੀਏਟ ਕਰੇਗਾ ਕਿ ਯਾਰ ਹੈ, ਤੇ ਉਹਨਾਂ ਨੇ ਸਾਂਭ ਲਿੱਤੀ। ਲੇਕਿਨ ਕੋਈ 20 ਹਿਸਟੋਰੀਅਨ ਜਾਂਦਾ ਤੇ ਉਹ ਬੜਾ ਉਹਨੂੰ ਤਕਲੀਫ ਹੁੰਦੀ ਹੈ ਕਿ ਯਾਰ ਇਹ ਕੀ ਹੈਗਾ, ਇਹ ਜੇ ਇਹਨੂੰ ਸਾਂਭਣ ਦੇ ਟੁਰੇ ਹੀ ਸਨ ਤੇ ਇਹਦੇ ਪੁਰਾਣੇ ਨਿਸ਼ਾਨ ਤੇ ਨਾ ਖਤਮ ਕਰਦੇ। ਸਹੀ ਗੱਲ। ਤੇ ਹਰ ਬੰਦੇ ਦੀ ਆਪਣੀ ਅੱਖ ਹੈ, ਆਪਣੀ ਸਮਝ ਦੇ ਨਾਲ ਤੇ ਇਮਾਨਦਾਰੀ ਨਾਲ ਟੁਰਨਾ ਚਾਹੀਦਾ ਹੈਗਾ, ਉਹਦੇ 'ਚ ਕੋਈ ਬੇਈਮਾਨੀ ਨਹੀਂ ਕਰਨੀ ਚਾਹੀਦੀ। ਸਹੀ ਗੱਲ ਹੈ। ਸਾਨੂੰ ਦੋਨਾਂ ਨੂੰ ਇਜਾਜ਼ਤ ਦੀजिए ਤੇ ਵੇਖਦੇ ਰਹੀਏ ਫਸਟ ਨਿਊਜ਼ ਦਾ ਆਪਣਾ ਸ਼ੋਅ, ਆਪਣੀ ਤਾਰੀਖ।